ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਮਸਕੀਨ ਤੋਂ ਭਾਵ ਗਰੀਬੀ ਸੁਭਾਅ ਵਾਲਾ ਬੰਦਾ। ਆਪ ਤੋਂ ਭਾਵ ਹਉਮੈ। ਨਿਵਾਰ ਤੋਂ ਭਾਵ ਦੂਰ, ਆਪਣੀ ਹਉਮੈ ਨੂੰ ਦੂਰ ਕਰਕੇ ਤੁਰਨ ਵਾਲਾ। ਤਲੇ ਹੇਠਾਂ ਨੀਵਾਂ ਹੋ ਕੇ। ਗੁਰੂ ਸਾਹਿਬ ਕਹਿੰਦੇ ਹਨ ਗਰੀਬੀ ਸੁਭਾਅ ਵਾਲਾ ਬੰਦਾ ਆਪਣੀ ਮੈਂ ਨੂੰ ਦੂਰ ਕਰਕੇ ਅਤੇ ਨੀਵਾਂ ਰਹਿ ਕੇ ਸੁੱਖ ਮਾਣਦਾ ਹੈ। ਹਮੇਸ਼ਾ ਜੋ ਵੀ ਉਹ ਕੰਮ ਕਰਦਾ ਹੈ ਇਹੀ ਕਹਿੰਦਾ ਵੀ ਪਰਮਾਤਮਾ ਨੇ ਕਰਿਆ ਜਾਂ ਗੁਰੂ ਨੇ ਕਰਵਾਇਆ। ਕਦੇ ਵੀ ਆਪਣੀ ਮੈਂ ਵਿੱਚ ਨਹੀਂ ਲੈ ਕੇ ਆਉਂਦਾ, ਇਸ ਕਰਕੇ ਉਹ ਸੁਖੀ ਹੈ। ਅਤੇ ਉਸ ਦੇ ਅਪੋਜ਼ਿਟ ਗੁਰੂ ਸਾਹਿਬ ਦੱਸਦੇ ਹਨ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਅਹੰਕਾਰੀ ਮਨੁੱਖ, ਗਰਭ ਕਹਿੰਦੇ ਹਨ ਅਹੰਕਾਰ ਨੂੰ, ਗਲੇ ਤੋਂ ਭਾਵ ਸੜਦੇ ਰਹਿੰਦੇ ਹਨ। ਅਹੰਕਾਰ ਦੇ ਵਿੱਚ ਗਲ ਜਾਂਦੇ ਹਨ ਵੱਡੇ ਵੱਡੇ ਅਹੰਕਾਰੀ ਮਨੁੱਖ, ਕਿਉਂਕਿ ਉਹ ਹਰੇਕ ਕੰਮ ਦੇ ਵਿੱਚ ਪਰਮਾਤਮਾ ਨੂੰ ਪਿੱਛੇ ਰੱਖਦੇ ਹਨ, ਆਪਣੀ ਮੈਂ ਨੂੰ ਅੱਗੇ ਰੱਖਦੇ ਹਨ। ਇਸ ਕਰਕੇ ਉਹ ਸੁੱਖ ਜਾਂ ਆਨੰਦ ਨਹੀਂ ਮਾਣਦੇ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਜਿਸ ਮਨੁੱਖ ਦੇ ਮਨ ਦੇ ਵਿੱਚ ਰਾਜ ਦਾ ਅਭਿਮਾਨ ਤੋਂ ਭਾਵ ਰਾਜ ਦਾ ਮਾਣ ਹੈ, ਸੋ ਨਰਕ ਪਾਤੀ ਹੋਵਤ ਸੁਆਨ। ਨਰਕ ਪਾਤੀ ਤੋਂ ਭਾਵ ਨਰਕਾਂ ਵਿੱਚ ਪੈਣ ਦਾ ਅਧਿਕਾਰੀ। ਸੁਆਨ ਕਹਿੰਦੇ ਹਨ ਕੁੱਤੇ ਨੂੰ। ਉਹ ਕੁੱਤਾ ਨਰਕ ਵਿੱਚ ਪੈਣ ਦਾ ਅਧਿਕਾਰੀ ਹੁੰਦਾ ਹੈ। ਜੋ ਜਾਣੈ ਮੈਂ ਜੋਬਨਵੰਤ। ਜੋਬਨ ਕਹਿੰਦੇ ਹਨ ਜਵਾਨੀ ਨੂੰ, ਜ਼ੋਰ ਨੂੰ, ਸੋਹਣੇ ਨੂੰ। ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਖਵਾਉਂਦਾ ਹੈ, ਸਮਝਦਾ ਹੈ, ਸੋ ਹੋਵਤ ਬਿਸ਼ਟਾ ਕਾ ਜੰਦ। ਬਿਸ਼ਟਾ ਕਹਿੰਦੇ ਹਨ ਗੰਦਗੀ ਨੂੰ। ਜੰਤ ਤੋਂ ਭਾਵ ਕੀੜਾ। ਜਿਹੜਾ ਆਖਦਾ ਵੀ ਮੇਰੇ ਵਰਗਾ ਹੋਰ ਕੋਈ ਸੋਹਣਾ ਨਹੀਂ, ਗੁਰੂ ਸਾਹਿਬ ਦੱਸਦੇ ਹਨ ਉਹ ਗੰਦਗੀ ਦਾ ਕੀੜਾ ਹੈ, ਕਿਉਂਕਿ ਸਦਾ ਵਿਸ਼ੇ ਵਿਕਾਰਾਂ ਦੇ ਗੰਦ ਦੇ ਵਿੱਚ ਪਿਆ ਰਹਿੰਦਾ ਹੈ। ਆਪਸ ਕਉ ਕਰਮਵੰਤ ਕਹਾਵੈ। ਜਿਹੜਾ ਆਪਣੇ ਆਪ ਨੂੰ ਕਰਮਵੰਤ ਤੋਂ ਭਾਵ ਸ਼ੁਭ ਕੰਮ ਕਰਨ ਵਾਲਾ। ਸ਼ੁਭ ਕੰਮ ਕਰਨੇ ਮਾੜੇ ਨਹੀਂ ਹਨ, ਪਰ ਉਹਨਾਂ ਦੀ ਮਨ ਦੇ ਵਿੱਚ ਉਹਦੀ ਅਹੰਕਾਰ ਉਸ ਦਾ ਰੱਖਣਾ ਉਹ ਮਾੜਾ ਹੈ। ਗੁਰੂ ਸਾਹਿਬ ਇੱਥੇ ਇਹ ਸਾਰੀ ਗੱਲ ਸਾਡੇ ਅਹੰਕਾਰ ਨੂੰ ਤੋੜਨ ਲਈ ਕਿਰਪਾ ਕਰਕੇ ਦੱਸ ਰਹੇ ਹਨ ਵੀ ਤੁਸੀਂ ਕੰਮ ਕਰੋ, ਪਰ ਉਹਦੇ ਵਿੱਚ ਆਪਣੀ ਮੈਂ ਨਾ ਲੈ ਕੇ ਆਓ। ਜਿਹੜਾ ਬੰਦਾ ਸ਼ੁਭ ਕਰਮ ਕਰਕੇ ਇਹ ਕਹਿੰਦਾ ਵੀ ਮੈਂ ਚੰਗੇ ਕਰਮ ਕਰਦਾ, ਮੇਰੇ ਵਰਗਾ ਕੋਈ ਹੋਰ ਨਹੀਂ ਹੈ, ਜਨਮ ਮਰੈ ਬਹੁ ਜੋਨ ਭਰਮਾਵੈ। ਉਹ ਸਦਾ ਜੰਮਦਾ ਹੈ, ਮਰਦਾ ਹੈ, ਕਈ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ। ਧਨ ਭੂਮ ਕਾ ਜੋ ਕਰੈ ਗੁਮਾਨ। ਧਨ ਤੋਂ ਭਾਵ ਦੌਲਤ, ਭੂਮ ਤੋਂ ਭਾਵ ਧਰਤੀ ਦੀ ਮਲਕੀਅਤ। ਜੇ ਕਿਸੇ ਦੇ ਕੋਲ ਹੈਗੀ ਹੈ ਧਨ ਅਤੇ ਧਰਤੀ ਦੇ ਹਿੱਸੇ, ਜੇ ਕੋਈ ਇਹਨਾਂ ਦਾ ਹੀ ਮਾਣ ਕਰਦਾ ਫਿਰੇ ਵੀ ਮੇਰੇ ਕੋਲ ਬਹੁਤ ਧਨ ਹੈ, ਦੌਲਤ ਹੈ ਅਤੇ ਪਲਾਟ ਹਨ, ਦੁਕਾਨਾਂ ਹਨ, ਪਰ ਇਹ ਸਭ ਕੁਛ ਤਾਂ ਉਹਦੀ ਕਿਰਪਾ ਸਦਕਾ ਹੀ ਸਾਨੂੰ ਮਿਲਿਆ। ਗੁਰੂ ਸਾਹਿਬ ਕਹਿੰਦੇ ਹਨ ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਅੰਨਾ ਹੈ, ਅਗਿਆਨੀ ਹੈ, ਕਿਉਂਕਿ ਪਰਮਾਤਮਾ ਨਾਲ ਨਹੀਂ ਜੁੜਿਆ, ਇਸ ਕਰਕੇ ਉਹ ਗੁਮਾਨ ਕਰਕੇ ਮਨ 'ਚ ਬੈਠਾ ਹੈ। ਹੁਣ ਅੱਗੇ ਜਿਹੜਾ ਇਹਨਾਂ ਸਾਰਿਆਂ ਤੋਂ
ਅਪੋਜ਼ਿਟ ਪਰਮਾਤਮਾ ਦੇ ਪਿਆਰੇ ਹਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਦੇ ਵਿੱਚ ਗਰੀਬੀ ਸੁਭਾਅ ਪਾ ਦਿੰਦਾ ਹੈ। ਗਰੀਬੀ ਤੋਂ ਭਾਵ ਨਿਮਰਤਾ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਉਹ ਇੱਥੇ ਮੁਕਤ ਤੋਂ ਭਾਵ ਜ਼ਿੰਦਗੀ ਜਿਉਂਦੇ ਹੋਏ ਉਹ ਵਿਕਾਰਾਂ ਤੋਂ ਮੁਕਤ ਹੈ। ਉਹ ਗੁਮਾਨ ਨਹੀਂ ਕਰਦਾ, ਉਹ ਅਭਿਮਾਨ ਨਹੀਂ ਕਰਦਾ, ਉਹ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਸੋਹਣਾ ਹਾਂ। ਅਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰ, ਗੁਰੂ ਦੀ ਮਿਹਰ ਸਦਕਾ ਹੋਇਆ ਜੋ ਵੀ ਕੰਮ ਹੋਇਆ, ਇਹ ਸੁਭਾਅ ਉਹ ਮਨ ਦੇ ਵਿੱਚ ਆਪਣੇ ਰੱਖਦਾ ਹੈ। ਅਤੇ ਐਸੇ ਮਨੁੱਖ ਗੁਰੂ ਸਾਹਿਬ ਕਹਿੰਦੇ ਇੱਥੇ ਤਾਂ ਮੁਕਤ ਨੇ, ਆਗਿਆ ਸੁਖ ਪਾਵੈ। ਅਤੇ ਜਦੋਂ ਪਰਲੋਕ ਦੇ ਵਿੱਚ ਜਾਂਦੇ ਹਨ ਉੱਥੇ ਵੀ ਸੁਖੀ ਵੱਸਦੇ ਹਨ। ਧਨਵੰਤਾ ਹੋਏ ਕਰ ਗਰਭਾਵੈ। ਧਨ ਵੰਤਾ ਤੋਂ ਭਾਵ ਵਾਲਾ, ਧਨ ਵਾਲਾ। ਗਰਭਾਵੈ ਤੋਂ ਭਾਵ ਗਰਭ ਯਾਨੀ ਕਿ ਮਾਣ ਕਰਦਾ ਹੈ। ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ। ਤ੍ਰਿਣ ਸਮਾਨ ਕੱਛ ਸੰਗ ਨਾ ਜਾਵੈ। ਪਰ ਜੇ ਆਪਾਂ ਧਿਆਨ ਕਰੀਏ ਕਿ ਉਸ ਦੇ ਨਾਲ ਅੰਤ ਵੇਲੇ ਤ੍ਰਿਣ ਕਹਿੰਦੇ ਹਨ ਘਾਹ ਦੇ ਤੀਲੇ ਨੂੰ। ਕਿੰਨਾ ਛੋਟਾ ਹੁੰਦਾ ਉਹ, ਤੀਲੇ ਜਿਤਨੀ ਵੀ ਕੋਈ ਚੀਜ਼ ਨਹੀਂ ਜਾਂਦੀ। ਇਸ ਕਰਕੇ ਆਪਾਂ ਕਿਸੇ ਚੀਜ਼ ਦਾ ਗੁਮਾਨ ਕਿਉਂ ਕਰੀਏ, ਸਦਾ ਪਰਮਾਤਮਾ ਦਾ ਸ਼ੁਕਰ ਕਰੀਏ। ਬਹੁ ਲਸਕਰ ਮਾਨੁਖ ਉਪਰ ਕਰੇ ਆਸ। ਲਸ਼ਕਰ ਕਹਿੰਦੇ ਹਨ ਫੌਜ ਨੂੰ। ਬਹੁਤੇ ਫੌਜਾਂ ਅਤੇ ਮਨੁੱਖਾਂ ਦੇ ਉੱਤੇ ਇਨਸਾਨ ਆਸਾਂ ਲਾਈ ਰੱਖਦਾ ਹੈ ਵੀ ਇਹ ਮੇਰਾ ਸਾਥ ਨਿਭਾਉਣਗੇ। ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਪਰ ਪਲ ਦੇ ਵਿੱਚ ਉਸ ਦਾ ਨਾਸ਼ ਹੋ ਜਾਂਦਾ ਹੈ। ਉਹਨਾਂ ਵਿੱਚੋਂ ਕੋਈ ਵੀ ਸਹਾਈ ਨਹੀਂ ਹੁੰਦਾ। ਸਭ ਤੇ ਆਪ ਜਾਣੈ ਬਲਵੰਤ। ਬਲ ਤੋਂ ਭਾਵ ਤਾਕਤਵੰਤ ਵਾਲਾ, ਬਲੀ ਤਾਕਤ ਵਾਲਾ। ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ ਵੀ ਮੇਰੇ ਵਰਗਾ ਕੋਈ ਤਾਕਤ ਵਾਲਾ ਹੈ ਨਹੀਂ। ਖਿਨ ਮਹਿ ਹੋਏ ਜਾਏ ਭਸਮੰਤ। ਪਰ ਅੰਤ ਵੇਲੇ ਇੱਕ ਖਿਣ ਵਿੱਚ ਭਸਮ ਸੁਆਹ, ਸੜ ਕੇ ਸੁਆਹ ਹੋ ਜਾਂਦਾ ਹੈ। ਕਿਸੇ ਨਾ ਬਦਾ ਆਪ ਅਹੰਕਾਰੀ। ਬਦਾ ਕਹਿੰਦੇ ਹਨ ਪਰਵਾਹ ਨੂੰ। ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਇਤਨਾ ਅਹੰਕਾਰੀ ਹੈ। ਧਰਮ ਰਾਏ ਤਿਸ ਕਰੇ ਖੁਆਰੀ। ਗੁਰੂ ਸਾਹਿਬ ਕਹਿੰਦੇ ਨੇ ਇਹ ਇਸ ਦਾ ਜਿਹੜਾ ਅਹੰਕਾਰ ਹੈ ਨਾ, ਅੰਤ ਵੇਲੇ ਧਰਮ ਰਾਜ ਆ ਕੇ ਤੋੜ ਦਿੰਦਾ ਵੀ ਤੂੰ ਕਿਸੇ ਦੀ ਪਰਵਾਹ ਨਹੀਂ ਕਰਦਾ, ਪਰ ਤੇਰਾ ਟਾਈਮ ਆ ਗਿਆ, ਹੁਣ ਤਾਂ ਜਾਣਾ ਹੀ ਪੈਣਾ। ਉਦੋਂ ਇਹ ਅਹੰਕਾਰ ਵੀ ਟੁੱਟ ਜਾਂਦਾ ਹੈ ਕਿ ਵੀ ਮੌਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ। ਜੇ ਕਿਤੇ ਗੁਰੂ ਕਿਰਪਾ ਕਰ ਦਵੇ, ਸਤਿਗੁਰੂ ਜੀ ਦਇਆ ਕਰਨ, ਜਿਸ ਨਾਲ ਅਹੰਕਾਰ ਦੂਰ ਹੁੰਦਾ ਹੈ, ਮਿਟ ਜਾਂਦਾ ਹੈ। ਜਿਹੜੀ ਅਗਿਆਨਤਾ ਦਾ ਪਰਦਾ ਹੈਗਾ ਉਹ ਹਟ ਜਾਂਦਾ। ਫਿਰ ਨਜ਼ਰ ਹੀ ਆਉਂਦਾ ਵੀ ਹਰੇਕ ਕੰਮ ਦੇ ਵਿੱਚ ਪਰਮਾਤਮਾ ਸਹਾਇਕ ਹੈ। ਜੋ ਕੁਛ ਹੋ ਰਿਹਾ ਹੈ ਉਹੀ ਕਰ ਰਿਹਾ ਹੈ ਅਤੇ ਉਹੀ ਜੀਵਾਂ ਪਾਸੋਂ ਕਰਾ ਰਿਹਾ ਹੈ। ਸੋ ਜਨ ਨਾਨਕ ਦਰਗਹਿ ਪਰਵਾਨ।
ਉਹ ਮਨੁੱਖ ਹੈ ਨਾਨਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੁੰਦਾ ਹੈ ਜਿਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ। ਕੋਟ ਕਰਮ ਕਰੈ ਹਉ ਧਾਰੇ। ਜੇ ਮਨੁੱਖ ਕਰੋੜਾਂ ਧਾਰਮਿਕ ਕੰਮ ਕਰੇ ਅਤੇ ਉਹਨਾਂ ਦਾ ਅਹੰਕਾਰ ਭੀ ਕਰੇ। ਸ਼ਰਮ ਪਾਵੈ ਸਗਲੇ ਬਿਰਥਾਰੇ। ਸ਼ਰਮ ਕਹਿੰਦੇ ਹਨ ਥਕਾਵਟ ਨੂੰ। ਗੁਰੂ ਸਾਹਿਬ ਕਹਿੰਦੇ ਨੇ ਜੇ ਤੁਸੀਂ ਧਾਰਮਿਕ ਕਰਮ ਕਰਦੇ ਹੋ ਤਾਂ ਉਹਦੇ ਵਿੱਚ ਆਪਣੀ ਮੈਂ ਨਾ ਲੈ ਕੇ ਆਇਆ ਕਰੋ। ਜੇ ਤੁਸੀਂ ਆਪਣੀ ਮੈਂ ਲੈ ਕੇ ਆਓਗੇ, ਆਪਣਾ ਅਹੰਕਾਰ ਲੈ ਕੇ ਆਓਗੇ ਤਾਂ ਸਿਰਫ ਔਰ ਸਿਰਫ ਥਕਾਵਟ ਹੀ ਪੱਲੇ ਪਵੇਗੀ। ਸ਼ਰਮ ਪਾਵੈ ਸਗਲੇ ਬਿਰਥਾਰੇ। ਬਾਕੀ ਜਿਹੜੇ ਤੁਸੀਂ ਕੰਮ ਕੀਤੇ ਹਨ ਉਹ ਵੇਸਟ ਨੇ, ਵਿਅਰਥ ਨੇ, ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਅਨਕ ਤਪੱਸਿਆ ਕਰੇ ਅਹੰਕਾਰ। ਤਪੱਸਿਆ ਤਪ ਦੇ ਸਾਧਨ, ਅਨੇਕਾਂ ਤਪ ਦੇ ਸਾਧਨ ਕਰਕੇ ਜੇ ਇਹਨਾਂ ਦਾ ਮਾਣ ਕਰੇ ਅਹੰਕਾਰ। ਨਰਕ ਸੁਰਗ ਫਿਰ ਅਵਤਾਰ। ਤਾਹਾਂ ਪੀ ਨਰਕਾਂ ਸਵਰਗਾਂ ਦੇ ਵਿੱਚ ਮੁੜ ਜੰਮਦਾ ਹੈ। ਭਾਵ ਕਦੇ ਸੁੱਖ ਅਤੇ ਕਦੇ ਦੁੱਖ ਭੋਗਦਾ ਹੈ। ਅਨਕ ਜਤਨ ਕਰ ਆਤਮ ਨਹੀਂ ਦਰਵੈ। ਦਰਵੈ ਤੋਂ ਭਾਵ ਨਰਮ। ਅਨੇਕਾਂ ਯਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਫਿਰ ਕੀ ਕਰੀਏ, ਕਿਵੇਂ ਪਰਮਾਤਮਾ ਤੱਕ ਪਹੁੰਚੀਏ। ਹਰ ਦਰਗਹਿ ਕਹੋ ਕੈਸੇ ਗਵੈ। ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਹੁੰਚ ਸਕਦਾ ਹੈ, ਕਿਉਂਕਿ ਅਹੰਕਾਰ ਹੀ ਇੰਨਾ ਕਰਦਾ ਹੈ। ਅਸੀਂ ਆਮ ਕਰਕੇ ਸੇਵਾ ਸਿਮਰਨ ਬਹੁਤ ਕਰਦੇ ਹਾਂ, ਪਰ ਸੇਵਾ ਕਰਦਿਆਂ ਮਨ ਦੇ ਵਿੱਚ ਅਹੰਕਾਰ, ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਅਹੰਕਾਰ ਹੋ ਜਾਂਦਾ ਹੈ। ਸਰੀਰ ਕਰਕੇ ਤਾਂ ਅਸੀਂ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਹਾਂ, ਪਰ ਮਨ ਗੈਰ ਹਾਜ਼ਰ ਹੋ ਜਾਂਦਾ ਹੈ। ਇਸ ਕਰਕੇ ਕਾਫੀ ਸਮਾਂ ਲੱਗ ਜਾਂਦਾ ਹੈ ਜੁੜਨ ਦੇ ਵਿੱਚ। ਆਪਸ ਕਉ ਜੋ ਭਲਾ ਕਹਾਵੈ। ਜੋ ਮਨੁੱਖ ਆਪਣੇ ਆਪ ਨੂੰ ਨੇਕ ਖਵਾਉਂਦਾ ਹੈ, ਭਲਾ ਵੀ ਮੈਂ ਬਹੁਤ ਚੰਗਾ ਇਨਸਾਨ ਹਾਂ, ਤਿਸ ਹੈ ਭਲਾਈ ਨਿਕਟ ਨ ਆਵੈ। ਗੁਰੂ ਸਾਹਿਬ ਕਹਿੰਦੇ ਹਨ ਭਲਾਈ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੁੰਦੀ। ਕਿਹਦੇ ਨੇੜੇ ਹੁੰਦੀ ਹੈ? ਸਰਬ ਕੀ ਰੇਨ ਜਾ ਕਾ ਮਨ ਹੋਏ। ਜੇ ਮਨ ਕਰਕੇ ਤੁਸੀਂ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਜਾਓ। ਸਰਬ ਕੀ ਰੇਨ, ਰੇਨ ਕਹਿੰਦੇ ਹਨ ਧੂੜ ਨੂੰ, ਚਰਨਾਂ ਦੀ ਧੂੜ। ਜੇ ਮਨੁੱਖ ਦਾ ਮਨ ਸਭ ਦੇ ਚਰਨਾਂ ਦੀ ਧੂੜ ਹੋ ਜਾਵੇ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਹੇ ਨਾਨਕ, ਉਸ ਮਨੁੱਖ ਦੀ ਸੋਹਣੀ ਸ਼ੋਭਾ ਹੋ ਜਾਂਦੀ ਹੈ। ਪਰ ਹੁੰਦੀ ਕਦੋਂ ਹੈ? ਜਦੋਂ ਆਪਾਂ ਇਹ ਕੰਮ ਕਰੀਏ ਪਰ ਕੰਮ ਦੀ ਇੱਛਾ ਨਾ ਆਪਣੇ ਮਨ ਦੇ ਵਿੱਚ ਰੱਖੀਏ। ਕੋਈ ਵੀ ਧਾਰਮਿਕ ਕਰਮ ਆਪਾਂ ਕਰਦੇ ਹਾਂ, ਸਿਰਫ ਇਹੀ ਕਹੀਏ ਵੀ ਜੋ ਕੀਤਾ ਹੈ ਪਰਮਾਤਮਾ ਨੇ ਕੀਤਾ ਹੈ, ਜੋ ਕਰਾਇਆ ਹੈ ਗੁਰੂ ਨੇ ਕਿਰਪਾ ਕਰਕੇ ਕਰਾਇਆ ਹੈ। ਜਬ ਲਗ ਜਾਨੈ ਮੁਝ ਤੇ ਕਛ ਹੋਏ। ਮਨੁੱਖ ਜਦ ਤੱਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ ਜਾਂ ਜੋ ਹੋ ਰਿਹਾ ਮੈਂ ਕਰ ਰਿਹਾ, ਤਬ ਇਸ ਕਉ ਸੁਖ ਨਾਹੀ ਕੋਇ। ਉਦੋਂ ਤੱਕ ਇਸ ਨੂੰ ਕੋਈ ਸੁੱਖ ਨਹੀਂ ਪ੍ਰਾਪਤ ਹੁੰਦਾ। ਜਬ ਇਹ ਜਾਣੈ ਮੈਂ ਕਿਛ ਕਰਤਾ। ਜਦ ਤੱਕ ਇਹ ਸਮਝਦਾ ਹੈ ਕਿ ਮੈਂ ਆਪਣੇ ਬਲ ਨਾਲ ਕੁਛ ਕਰਦਾ ਹਾਂ। ਤਬ ਲਗ ਗਰਭ ਜੋਨ ਮਹਿ ਫਿਰਤਾ।
ਤਦ ਤੱਕ ਵੱਖਰਾਪਣ ਦੇ ਕਾਰਨ, ਆਪਣੇ ਆਪ ਨੂੰ ਪਰਮਾਤਮਾ ਦੇ ਦੂਰ ਹੋਣ ਦੇ ਕਾਰਨ ਜੂਨਾਂ ਦੇ ਵਿੱਚ ਪਿਆ ਰਹਿੰਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਧਾਰੈ ਤੋਂ ਭਾਵ ਖਿਆਲ ਕਰਨਾ ਵੀ ਇਹ ਮੇਰਾ ਵੈਰੀ ਹੈ, ਇਹ ਮੇਰਾ ਮਿੱਤਰ ਹੈ। ਹਰੇਕ ਇਨਸਾਨ ਨੂੰ ਇੱਕੋ ਜਿਹੀ ਨਿਗਾਹ ਨਾਲ ਨਹੀਂ ਦੇਖਣਾ। ਤਬ ਲਗ ਨਿਹਚਲ ਨਾਹੀ ਚੀਤ, ਨਿਹਚਲ ਕਹਿੰਦੇ ਹਨ ਅਡੋਲ, ਚੀਤ ਤੋਂ ਭਾਵ ਚਿੱਤ ਨੂੰ। ਉਦੋਂ ਤੱਕ ਤੁਹਾਡਾ ਜਿਹੜਾ ਮਨ ਹੈ ਨਾ ਉਹ ਟਿਕ ਨਹੀਂ ਸਕਦਾ, ਕਿਉਂਕਿ ਤੁਸੀਂ ਹਰੇਕ ਮਨੁੱਖ ਨੂੰ ਵੱਖਰੀ ਵੱਖਰੀ ਨਿਗਾਹ ਨਾਲ ਦੇਖਦੇ ਹੋ। ਜਦ ਕਿ ਅਸੀਂ ਸੰਗਤ ਕਰਦੇ ਹਾਂ ਅਤੇ ਗੁਰੂ ਸਾਹਿਬ ਕਹਿੰਦੇ ਹਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਤੱਕ ਆਪਾਂ ਇਹ ਨਹੀਂ ਮਨ ਦੇ ਵਿੱਚ ਧਾਰ ਕੇ ਤੁਰਦੇ, ਉਦੋਂ ਤੱਕ ਮਨ ਨਹੀਂ ਟਿਕਦਾ। ਜਬ ਲਗ ਮੋਹ ਮਗਨ ਸੰਗ ਮਾਏ, ਜਦੋਂ ਤੱਕ ਮੋਹ ਲੱਗਿਆ ਹੋਇਆ ਮਾਇਆ ਦੇ ਨਾਲ। ਤਬ ਲਗ ਧਰਮ ਰਾਏ ਦੇ ਸਜਾਏ, ਤਦ ਤੱਕ ਇਸ ਨੂੰ ਧਰਮ ਰਾਜ ਦੰਡ ਦਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਜੇ ਆਪਾਂ ਸੰਗਤ ਕਰੀਏ, ਗੁਰੂ ਕਿਰਪਾ ਕਰੇ ਤੇ ਮਾਇਆ ਦੇ ਬੰਧਨ ਪ੍ਰਭੂ ਦੀ ਮਿਹਰ ਨਾਲ ਟੁੱਟ ਸਕਦੇ ਹਨ। ਗੁਰ ਪ੍ਰਸਾਦ ਨਾਨਕ ਹਉ ਛੁਟੈ, ਹਉ ਕਹਿੰਦੇ ਹਨ ਅਹੰਕਾਰ ਨੂੰ, ਛੂਟੈ ਤੋਂ ਭਾਵ ਮੁੱਕ ਜਾਣਾ। ਹੇ ਨਾਨਕ, ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ। ਸਹਸ ਖੱਟੇ ਲੱਖ ਕਉ ਉਠ ਧਾਵੈ, ਸਹਸ ਕਹਿੰਦੇ ਹਨ ਹਜ਼ਾਰ, ਹਜ਼ਾਰਾਂ ਨੂੰ। ਖੱਟੇ ਤੋਂ ਭਾਵ ਕਮਾਉਣਾ। ਲੱਖ ਕਉ ਲੱਖਾਂ ਰੁਪਈਆ ਦੀ ਖਾਤਰ, ਧਾਵੈ ਤੋਂ ਭਾਵ ਦੌੜਨਾ। ਮਨੁੱਖ ਹਜ਼ਾਰਾਂ ਰੁਪਏ ਕਮਾਉਂਦਾ ਹੈ, ਫਿਰ ਉਸ ਤੋਂ ਬਾਅਦ ਸੋਚਦਾ ਵੀ ਲੱਖ ਵੀ ਕਮਾ ਲਈਏ, ਫਿਰ ਲੱਖਾਂ ਰੁਪਈਆਂ ਦੀ ਖਾਤਰ ਭੱਜ ਉੱਠਦਾ ਹੈ। ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਰਜੇਵਾਂ ਫਿਰ ਵੀ ਨਹੀਂ ਆਉਂਦਾ, ਮਾਇਆ ਦੇ ਪਿੱਛੇ ਭੱਜਾ ਫਿਰਦਾ ਹੈ। ਪਾਛੈ ਪਾਵੈ ਤੋਂ ਭਾਵ ਜਮ੍ਹਾਂ ਕਰਦਾ ਹੈ। ਮਾਇਆ ਜਮ੍ਹਾਂ ਕਰੀ ਜਾਂਦਾ ਪਰ ਰੱਜਦਾ ਨਹੀਂ। ਪਹਿਲਾਂ 1000 ਸੀ, ਪਹਿਲਾਂ ਸੈਂਕੜੇ ਸੀ, ਫਿਰ 1000 ਹੋ ਗਏ, ਹੁਣ 1000 ਤੋਂ ਸੋਚਦਾ ਵੀ ਲੱਖ ਹੋ ਜਾਣ, ਲੱਖ ਤੋਂ ਸੋਚਦਾ ਵੀ ਕਰੋੜ ਹੋ ਜਾਵੇ, ਰੱਜ ਆਉਂਦਾ ਹੀ ਨਹੀਂ। ਅਨੇਕ ਭੋਗ ਵਿਖਿਆ ਕੇ ਕਰੈ, ਵਿਖਿਆ ਕਹਿੰਦੇ ਹਨ ਮਾਇਆ ਰੂਪੀ ਜ਼ਹਿਰ ਨੂੰ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ। ਅਨੇਕ ਭੋਗ ਨਹਿ ਤ੍ਰਿਪਤਾਵੈ ਖਪ ਖਪ ਮਰੈ, ਤ੍ਰਿਪਤਾਵੈ ਤੋਂ ਭਾਵ ਰੱਜਣਾ। ਤਸੱਲੀ ਹੁੰਦੀ ਨਹੀਂ, ਭੋਗਾਂ ਦੇ ਮਗਰ ਹੋਰ ਭੱਜਦਾ ਹੈ ਅਤੇ ਬੜਾ ਦੁਖੀ ਹੁੰਦਾ ਹੈ। ਖੱਪ ਖੱਪ ਤੋਂ ਭਾਵ ਦੁਖੀ ਹੋ ਕੇ ਮਰਦਾ ਹੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਗੁਰੂ ਸਾਹਿਬ ਦੱਸਦੇ ਹਨ ਜੇ ਅੰਦਰ ਸੰਤੋਖ ਨਹੀਂ ਨਾ ਹੈਗਾ, ਉਦੋਂ ਤੱਕ ਮਨੁੱਖ ਰੱਜਦਾ ਨਹੀਂ। ਜਦੋਂ ਤੱਕ ਪਰਮਾਤਮਾ ਦਾ ਸ਼ੁਕਰ ਨਹੀਂ ਨਾ ਆਇਆ ਮਨ ਦੇ ਵਿੱਚ, ਉੱਤੋਂ ਤਾਂ ਆਪਾਂ ਕਹਿ ਦਿੰਦੇ ਹਨ ਵੀ ਉਹਦਾ ਸ਼ੁਕਰ ਹੈ, ਪਰ ਅੰਦਰੋਂ ਕੋਈ ਵਿਰਲਾ ਹੀ ਇਹ ਗੱਲ ਨੂੰ ਸਮਝਦਾ ਹੈ ਅਤੇ ਮੰਨਦਾ ਹੈ ਵੀ ਜੋ ਉਹਨੇ ਦਿੱਤਾ, ਭਾਵੇਂ ਮੇਰੇ ਕੋਲ 2 ਵੀਲਰ ਹੈ ਤਾਂ ਠੀਕ ਹੈ, ਭਾਵੇਂ ਮੇਰੇ ਕੋਲ ਉਹ ਵੀ ਨਹੀਂ ਹੈਗਾ ਤਾਂ ਵੀ ਠੀਕ ਹੈ, ਅਤੇ ਉਹਦੇ ਸ਼ੁਕਰ ਦੇ ਵਿੱਚ ਰਹਿਣਾ। ਜੇ ਤਾਂ ਆਪਾਂ ਐਵੇਂ ਰਹਿਣਾ ਸਿੱਖ ਜਾਈਏ ਸੰਤੋਖ ਨਾਲ, ਫਿਰ ਤਾਂ ਰੱਜ ਜਾਵਾਂਗੇ, ਨਹੀਂ ਤਾਂ ਉੱਪਰ ਗੁਰੂ ਸਾਹਿਬ ਦੱਸ ਹੀ ਰਹੇ ਨੇ ਸਾਡੇ ਹਾਲਾਤ ਕੀ ਹਨ। ਸੁਪਨ ਮਨੋਰਥ
ਬ੍ਰਿਥੇ ਸਭ ਕਾਜੈ। ਮਨੋਰਥ ਤੋਂ ਭਾਵ ਮਨ ਦੇ ਰੱਥ, ਮਨ ਦੀਆਂ ਦੌੜਾਂ, ਮਨ ਦੇ ਫੁਰਨੇ। ਬ੍ਰਿਥੇ ਵਿਅਰਥ, ਜਿਵੇਂ ਸੁਪਨਿਆਂ ਦਾ ਕੋਈ ਲਾਭ ਨਹੀਂ ਨਾ ਹੁੰਦਾ। ਜਿਵੇਂ ਹੁਣ ਆਪਾਂ ਸੁਪਨਾ ਵੇਖਿਆ ਸੌਂਦੇ ਹੋਏ ਵੀ ਅਸੀਂ ਰਾਜੇ ਮਹਾਰਾਜੇ ਹਾਂ, ਪਰ ਜਦੋਂ ਉੱਠੇ ਸੁਪਨਾ ਕੀ ਸੀ? ਕੁਛ ਵੀ ਨਹੀਂ, ਖਤਮ ਸਭ ਕੁਛ। ਉਸੇ ਤਰ੍ਹਾਂ ਗੁਰੂ ਸਾਹਿਬ ਦੱਸਦੇ ਹਨ, ਸੰਤੋਖਹੀਣ ਮਨੁੱਖ, ਜਿਹਨੂੰ ਸੰਤੋਖ ਨਾ ਹੋਵੇ, ਉਹਦੇ ਸਾਰੇ ਕੰਮ ਅਤੇ ਖਾਹਿਸ਼ਾਂ ਵਿਅਰਥ ਹਨ, ਕਿਉਂਕਿ ਉਹ ਰੱਜਦਾ ਤਾਂ ਹੈ ਨਹੀਂ, ਖੱਪ ਖੱਪ ਮਰਦਾ ਰਹਿੰਦਾ। ਨਾਮ ਰੰਗ ਸਰਬ ਸੁਖ ਹੋਏ। ਗੁਰੂ ਆਪਣੀ ਕਿਰਪਾ ਕਰੇ, ਪਰਮਾਤਮਾ ਦੀ ਮਿਹਰ ਸਦਕਾ ਪ੍ਰਭੂ ਦੇ ਨਾਮ ਦੀ ਮੌਜ ਵਿੱਚ ਹੀ ਸਾਰਾ ਸੁੱਖ ਹੈ। ਵੱਡ ਭਾਗੀ ਕਿਸੇ ਪ੍ਰਾਪਤ ਹੋਏ। ਅਤੇ ਇਹ ਸੁੱਖ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ। ਕਰਨ ਕਰਾਵਨ ਆਪੇ ਆਪ। ਪਰਮਾਤਮਾ ਸਭ ਕੁਛ ਕਰਨ ਵਾਲਾ ਵੀ ਆਪ ਹੈ ਅਤੇ ਜੀਵਾਂ ਪਾਸੋਂ ਕਰਾਵਣ ਵਾਲਾ ਵੀ ਆਪ ਹੀ ਹੈ। ਸਦਾ ਸਦਾ ਨਾਨਕ ਹਰਿ ਜਾਪ। ਹੇ ਨਾਨਕ, ਜੀਵ ਦਾ ਸਿਰਫ ਇਤਨਾ ਕੰਮ ਹੈ ਕਿ ਸਦਾ ਸਦਾ ਹਰੇਕ ਸਵਾਸ ਨਾਲ ਹਰ ਦਿਨ ਸਿਰਫ ਔਰ ਸਿਰਫ ਉਸ ਪਰਮਾਤਮਾ ਨੂੰ ਯਾਦ ਕਰਿਆ ਕਰੀਏ, ਉਹਦਾ ਜਾਪ ਜਪਿਆ ਕਰੀਏ। ਕਰਨ ਕਰਾਵਨ ਕਰਨ ਹਾਰ। ਪਰਮਾਤਮਾ ਆਪ ਹੀ ਸਭ ਕੁਛ ਕਰਨ ਜੋਗਾ ਹੈ ਅਤੇ ਜੀਵਾਂ ਪਾਸੋਂ ਕਰਾਉਣ ਜੋਗਾ ਹੈ। ਇਸ ਕੈ ਹਾਥ ਕਹਾਂ ਵਿਚਾਰ। ਜੇ ਆਪਾਂ ਇਹ ਗੱਲ ਵਿਚਾਰ ਕੇ ਵੇਖ ਲਈਏ, ਵਿਚਾਰ ਤੋਂ ਭਾਵ ਵਿਚਾਰਨਾ। ਇਸ ਕੈ ਹਾਥ, ਇਸ ਜੀਵ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਪਰਮਾਤਮਾ ਜਿਹੋ ਜਿਹੀ ਨਜ਼ਰ ਬੰਦੇ ਵੱਲ ਕਰਦਾ ਹੈ, ਬੰਦਾ ਉਹੋ ਜਿਹਾ ਬਣ ਜਾਂਦਾ ਹੈ। ਆਪੇ ਆਪ ਆਪ ਪ੍ਰਭ ਸੋਏ। ਉਹ ਪ੍ਰਭੂ ਆਪ ਹੀ ਆਪ ਹੈ। ਆਪੇ ਆਪ ਆਪ ਪ੍ਰਭ ਸੋਏ। ਜੇ ਆਪਾਂ ਇੱਕ ਓਂਕਾਰ ਕਹਿ ਦਈਏ ਤਾਂ ਉਹਦਾ ਅਰਥ ਵੀ ਇਹੀ ਹੈ ਵੀ ਆਪੇ ਆਪ ਆਪ ਪ੍ਰਭ ਸੋਏ। ਪਰਮਾਤਮਾ ਇੱਕ ਹੈ ਅਤੇ ਹਰੇਕ ਥਾਂ 'ਤੇ ਮੌਜੂਦ ਹੈ। ਜੋ ਕਿਛ ਕੀਨੋ ਸੋ ਆਪਣਾ ਰੰਗ। ਜੋ ਕੁਛ ਉਸਨੇ ਬਣਾਇਆ ਹੈ ਆਪਣੇ ਰੰਗ ਤੋਂ ਭਾਵ ਆਪਣੀ ਮੌਜ ਵਿੱਚ ਬਣਾਇਆ ਹੈ। ਸਭ ਤੇ ਦੂਰ ਸਭ ਹੂੰ ਕੈ ਸੰਗ। ਸਾਰਿਆਂ ਹੀ ਜੀਵਾਂ ਦੇ ਅੰਗ ਸੰਗ ਵੀ ਹੈ ਅਤੇ ਸਭ ਤੋਂ ਵੱਖਰਾ ਵੀ ਹੈ। ਬੁੱਝੈ ਦੇਖੈ ਕਰੈ ਵਿਵੇਕ। ਪਰਮਾਤਮਾ ਸਭ ਕੁਛ ਸਮਝਦਾ ਹੈ, ਵੇਖਦਾ ਹੈ ਅਤੇ ਪਛਾਣਦਾ ਹੈ। ਆਪ ਹੈ ਏਕ ਆਪ ਹੈ ਅਨੇਕ। ਉਹ ਆਪ ਹੀ ਇੱਕ ਹੈ ਅਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ। ਮਰੈ ਨ ਬਿਨਸੈ ਆਵੈ ਨ ਜਾਏ। ਨਾ ਉਹ ਕਦੇ ਮਰਦਾ ਹੈ, ਨਾ ਬਿਨਸਦਾ ਹੈ, ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਉਂਦਾ ਹੈ। ਉਹਦਾ ਸਰੂਪ ਕਿਹੋ ਜਿਹਾ ਹੈ? ਨਾਨਕ ਸਦ ਹੀ ਰਹਿਆ ਸਮਾਏ। ਹੇ ਨਾਨਕ, ਪ੍ਰਭੂ ਸਦਾ ਹੀ ਆਪਣੇ ਆਪ ਵਿੱਚ ਟਿਕਿਆ ਰਹਿੰਦਾ ਹੈ। ਆਪ ਉਪਦੇਸੈ ਸਮਝੈ ਆਪ।
ਆਪ ਹੀ ਸਿੱਖਿਆ ਦਿੰਦਾ ਹੈ ਅਤੇ ਆਪ ਹੀ ਉਸ ਸਿੱਖਿਆ ਨੂੰ ਸਮਝਦਾ ਹੈ। ਆਪ ਹੀ ਗੁਰੂ ਹੋ ਕੇ ਉਪਦੇਸ਼ ਕਰਦਾ ਹੈ ਅਤੇ ਆਪ ਹੀ ਬਾਲਕ ਜਾਂ ਸਿੱਖ ਹੋ ਕੇ ਉਹਨਾਂ ਉਪਦੇਸ਼ਾਂ ਦਾ ਧਾਰਨੀ ਬਣਦਾ ਹੈ। ਆਪੇ ਰਚਿਆ ਸਭ ਕਾ ਸਾਥ, ਕਿਉਂਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ। ਰਚਿਆ ਤੋਂ ਭਾਵ ਮਿਲਿਆ ਹੋ। ਆਪ ਕੀਨੋ ਆਪਨ ਵਿਸਥਾਰ, ਵਿਸਥਾਰ ਕਹਿੰਦੇ ਹਨ ਖਿਲਾਰੇ ਨੂੰ। ਵਿਸਥਾਰ ਆਪਣਾ ਖਿਲਾਰਾ ਉਸਨੇ ਆਪ ਹੀ ਬਣਾਇਆ ਹੈ। ਸਭ ਕਛ ਉਸ ਕਾ ਉਹ ਕਰਨ ਹਾਰ, ਜਗਤ ਦੀ ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ। ਉਹ ਬਣਾਉਣ ਜੋਗਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ। ਭਿੰਨ ਕਹਿੰਦੇ ਹਨ ਵੱਖਰੇ ਨੂੰ। ਕਹੋ ਤੋਂ ਭਾਵ ਦੱਸੋ। ਕਿਛ ਕੁਝ ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ। ਥਾਨ ਥਨੰਤਰ ਏਕੈ ਸੋਏ। ਥਾਨ ਥਨੰਤਰ ਤੋਂ ਭਾਵ ਹਰੇਕ ਥਾਂ ਦੇ ਵਿੱਚ, ਹਰ ਥਾਂ ਉਹ ਪਰਮਾਤਮਾ ਆਪ ਹੀ ਮੌਜੂਦ ਹੈ। ਆਪਣੇ ਚਲਿਤ ਆਪ ਕਰਨ ਹਾਰ। ਚਲਿਤ ਕਹਿੰਦੇ ਹਨ ਤਮਾਸ਼ੇ ਨੂੰ, ਖੇਡ ਨੂੰ। ਆਪਣੇ ਖੇਡ ਆਪ ਹੀ ਕਰਨ ਜੋਗਾ ਹੈ। ਕੌਤਕ ਕਰੈ ਰੰਗ ਆਪਾਰ। ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ। ਮਨ ਮਹਿ ਆਪ, ਮਨ ਆਪਣੇ ਮਾਹੈ। ਸਾਰਿਆਂ ਮਨਾਂ ਵਿੱਚ ਆਪ ਵਸਦਾ ਹੈ ਅਤੇ ਸਾਰੇ ਮਨ ਉਸ ਵਿੱਚ ਵਸਦੇ ਹਨ। ਨਾਨਕ ਕੀਮਤ ਕਹਿਨ ਨ ਜਾਏ। ਹੇ ਨਾਨਕ, ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਸਤ 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 ਪ੍ਰਭ ਸੁਆਮੀ। ਸਭ ਦਾ ਮਾਲਕ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਜਾਂ ਇਉਂ ਵੀ ਕਹਿ ਸਕਦੇ ਹਨ, ਆਦਿ ਵੇਲੇ, ਹੁਣ ਵੇਲੇ ਅਤੇ ਅੰਤ ਵੇਲੇ ਪਰਮਾਤਮਾ ਹਮੇਸ਼ਾ, ਉਹਦੀ ਹੋਂਦ ਜਿਹੜੀ ਹੈ ਹਮੇਸ਼ਾ ਰਹੇਗੀ। ਗੁਰ ਪ੍ਰਸਾਦ ਕਿਨੈ ਬਖਿਆਨੀ। ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਇਹ ਗੱਲ ਬਿਆਨ ਕੀਤੀ। ਸੱਚ 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 ਸਭ ਕੀਨਾ। ਜੋ ਕੁਝ ਉਸਨੇ ਬਣਾਇਆ ਹੈ ਉਹ ਵੀ ਮੁਕੰਮਲ ਹੈ, ਭਾਵ ਸਦਾ ਟਿਕਿਆ ਰਹਿਣ ਵਾਲਾ। ਕੋਟ ਮਧੇ ਕਿਨੈ ਬਿਰਲੈ ਚੀਨਾ। ਮਧ ਕਹਿੰਦੇ ਹਨ ਵਿੱਚੋਂ, ਚੀਨਾ ਤੋਂ ਭਾਵ ਪਛਾਣਿਆ। ਇਹ ਗੱਲ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਪਛਾਣੀ ਹੈ। ਭਲਾ 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 ਤੇਰਾ ਰੂਪ। ਤੇਰਾ ਰੂਪ ਬਹੁਤ ਹੀ ਪਿਆਰਾ ਹੈ, ਕਿਆ ਖੂਬ। ਅਤ ਸੁੰਦਰ ਅਪਾਰ ਅਨੂਪ। ਅਨੂਪ ਕਹਿੰਦੇ ਹਨ ਜਿਸ ਵਰਗਾ ਹੋਰ ਕੋਈ ਨਹੀਂ। ਹੇ ਅਤ ਸੋਹਣੇ। ਅਪਾਰ ਕਹਿੰਦੇ ਹਨ ਬੇਅੰਤ ਨੂੰ, ਤੇ ਬੇਮਿਸਾਲ ਪਰਮਾਤਮਾ। ਨਿਰਮਲ 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 ਤੇਰੀ ਬਾਣੀ। ਨਿਰਮਲ ਕਹਿੰਦੇ ਹਨ ਸ਼ੁੱਧ ਨੂੰ, ਜਿਹਦੇ ਵਿੱਚ ਮੈਲ ਨਾ ਹੋਵੇ। ਤੇਰੀ ਜਿਹੜੀ ਬੋਲੀ ਹੈ, ਤੇਰੀ ਜਿਹੜੀ ਬਾਣੀ ਹੈ, ਉਹ ਵੀ ਮਿੱਠੀ ਹੈ।
ਘਟ ਘਟ ਸੁਣੀ ਸ਼ਰਵਨ ਬਖਿਆਣੀ। ਹਰੇਕ ਸਰੀਰ ਵਿੱਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ ਅਤੇ ਜੀਭ ਨਾਲ ਉਚਾਰੀ ਜਾ ਰਹੀ ਹੈ। ਭਾਵ ਹਰੇਕ ਸਰੀਰ ਵਿੱਚ ਤੂੰ ਆਪ ਹੀ ਬੋਲ ਰਿਹਾ ਹੈ। ਪਵਿੱਤਰ 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 ਪੁਨੀਤ। ਪਵਿੱਤਰ ਕਹਿੰਦੇ ਹਨ ਸ਼ੁੱਧ ਨੂੰ ਅਤੇ ਪੁਨੀਤ ਕਹਿੰਦੇ ਹਨ ਸ਼ੁੱਧ ਕਰਨ ਵਾਲਾ। ਉਹ ਪਰਮਾਤਮਾ ਪਵਿੱਤਰ ਹੈ, ਪਵਿੱਤਰ ਹੈ ਅਤੇ ਉਹ ਜੀਵ ਵੀ ਪਵਿੱਤਰ ਹੈ। ਨਾਮ ਜਪੈ ਨਾਨਕ ਮਨ ਪ੍ਰੀਤ। ਜੋ ਅਜਿਹੇ ਪਰਮਾਤਮਾ ਦਾ ਨਾਮ ਮਨ ਦੀ ਪ੍ਰੀਤ ਨਾਲ ਟਿਕਾ